सिक्खी ਲਈ ਭਾਵੇਂ ਡਰੈਸ ਵੀ ਬਹੁਤ ਜ਼ਰੂਰੀ ਹੈ। ਹਰ ਸਕੂਲ ਕਾਲਜ ਵਾਸਤੇ ਉਸ ਸਕੂਲ ਦੀ ਯੂਨੀਫਾਰਮ, ਉਸ ਦੀ ਡਰੈਸ ਵੀ ਬਹੁਤ ਲਾਜ਼ਮੀ ਹੁੰਦੀ ਹੈ, ਜਿਸ ਨਾਲ ਪਤਾ ਲੱਗ ਜਾਂਦਾ ਹੈ ਇਹ ਸਟੂਡੈਂਟ ਫਲਾਣੇ ਕਾਲਜ ਜਾਂ ਸਕੂਲ ਦਾ ਵਿਦਿਆਰਥੀ ਹੈ। ਗੁਰਸਿੱਖੀ ਵਿੱਚ ਦਾਖਲ ਹੋਣ ਵਾਸਤੇ ਬਾਹਰਲੀ ਡਰੈਸ ਵੀ ਬਹੁਤ ਜ਼ਰੂਰੀ ਹੈ, ਪਰ ਇਕੱਲੀ ਡਰੈਸ ਕਾਫੀ ਨਹੀਂ ਹੈ। ਜਿਵੇਂ ਕਿਸੇ ਕਾਲਜ ਦੇ ਵਿੱਚ ਜਾ ਕੇ ਕੋਈ ਸਟੂਡੈਂਟ ਉਸ ਦੀ ਡਰੈਸ ਪਾ ਲਵੇ ਤੇ ਇਹ ਸਮਝ ਲਵੇ ਕਿ ਇਹ ਕਾਫੀ ਕੁਛ ਹੈ, ਐਸਾ ਨਹੀਂ। ਅਸਲੀ ਵਸਤੂ ਤਾਂ ਉਸ ਕਾਲਜ ਦੀ ਤਾਲੀਮ ਹੁੰਦੀ ਹੈ ਜੋ ਜਾਣਨੀ ਬਹੁਤ ਜ਼ਰੂਰੀ ਹੈ। ਉਸ ਸਕੂਲ ਵਿੱਚ ਜਾਣ ਲਈ ਬਾਹਰਲੀ ਡਰੈਸ ਵੀ ਜ਼ਰੂਰੀ ਹੁੰਦੀ ਹੈ, ਪਰ ਬਹੁਤੀ ਜ਼ਰੂਰੀ ਉਸ ਸਕੂਲ ਜਾਂ ਕਾਲਜ ਦੀ ਤਾਲੀਮ ਹੁੰਦੀ ਹੈ। ਇਸੇ ਲਈ ਅਸੀਂ ਤੁਸੀਂ ਸਾਰੇ ਹੀ ਗੁਰੂ ਨਾਨਕ ਦੇ ਨਾਮ ਲੇਵਾ ਸਿੱਖ ਹਾਂ। ਬਾਹਰਲੀ ਡਰੈਸ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਸਾਨੂੰ ਪਛਾਣਿਆ ਜਾ ਸਕੇ ਅਸੀਂ ਗੁਰੂ ਨਾਨਕ ਮਹਾਰਾਜ ਜੀ ਦੇ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਹਾਂ। ਪਰ ਉਸ ਤੋਂ ਵੱਡੀ ਵਸਤੂ ਸਿੱਖੀ, ਜਿਹੜੀ ਅਸਲੀਅਤ ਸਿੱਖੀ ਹੈ, ਉਹ ਹੈ ਗੁਰੂ ਦੇ ਵਿਚਾਰਾਂ ਨੂੰ ਸੁਣ ਕੇ ਉਸ ਨੂੰ ਮੰਨ ਲੈਣਾ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੇ ਵਿਚਾਰਾਂ ਨੂੰ ਸਿੱਖ ਲੈਣਾ ਅਸਲੀ ਸਿੱਖੀ ਹੈ, ਜਿਸ ਨਾਲ ਜੀਵ ਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਉਹ ਤਦ ਹੀ ਹੁੰਦਾ ਹੈ ਜੇ ਅਸੀਂ ਗੁਰੂ ਦੇ ਵਿਚਾਰਾਂ ਨੂੰ, ਗੁਰੂ ਦੀ ਤਾਲੀਮ ਨੂੰ ਸਿੱਖਾਂਗੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਾਡੇ ਲਈ ਕੀ ਹੁਕਮ ਹੈ, ਅਸੀਂ ਕੀ ਸਿੱਖਣਾ ਸਤਿਗੁਰੂ ਮਹਾਰਾਜ ਜੀ ਪਾਸੋਂ। ਪਹਿਲੇ ਮਨ ਨੂੰ ਇਕੱਠਾ ਕਰਨ ਵਾਸਤੇ ਇੱਕ ਧਾਰਨਾ ਪੜ੍ਹੀਏ, ਸਾਰੇ ਗੱਜ ਵੱਜ ਕੇ ਪੜ੍ਹੋ ਤਾਂ ਕਿ ਸਾਡਾ ਮਨ ਥੋੜ੍ਹਾ ਇਕਾਗਰ ਹੋ ਜਾਏ। ਸਿੱਖ ਲੈ ਮਨੋ ਸਿੱਖੀ ਗੁਰਾਂ ਦੇ ਵਿਚਾਰਾਂ ਨੂੰ। ਸਿੱਖ ਲੈ ਮਨੋ ਸਿੱਖੀ ਗੁਰਾਂ ਦੇ ਵਿਚਾਰਾਂ ਨੂੰ।
10 ਨੋਹਾਂ ਦੀ ਹੱਕ ਦੀ ਕਿਰਤ ਕਰਦੇ ਹੋ ਸਾਰਾ ਦਿਨ। ਸ਼ਾਮ ਦੇ ਟਾਈਮ ਆਪਣਾ ਸਮਾਂ ਕੱਢ ਕੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ। ਸਭ ਤੋਂ ਵੱਡੇ ਭਾਗਾਂ ਵਾਲੇ ਹੋ। ਪਰ ਸਾਨੂੰ ਉਹ ਗੁਰੂ ਪ੍ਰਾਪਤ ਹੋਇਆ ਹੈ ਜਿਸ ਵਾਸਤੇ ਫਰਮਾਨ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਸਤੇ ਜੋ ਸ਼ਬਦ ਗੁਰਬਾਣੀ 'ਚ ਆਇਆ ਹੈ, ਕਿਉਂ ਆਇਆ ਹੈ? ਹੋਰ ਵੀ ਸੰਸਾਰ ਵਿੱਚ ਬਹੁਤ ਵੱਡੇ ਵੱਡੇ ਪੀਰ ਪਕੰਬਰ ਔਲੀਏ ਅਵਤਾਰ ਹੋਏ, ਭਗਵਾਨ ਰਾਮ ਜੀ, ਭਗਵਾਨ ਕ੍ਰਿਸ਼ਨ ਜੀ ਆਦਿ। ਸਭ ਤੋਂ ਵੱਡਾ ਸਤਿਗੁਰ ਨਾਨਕ, ਇਹ ਸ਼ਬਦ ਕਿਉਂ ਆਇਆ ਹੈ? ਭਾਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿਫਤ ਸ਼ਲਾਘਾ ਮਨ ਬਾਣੀ ਤੇ ਬੁੱਧੀ ਤੋਂ ਪਰੇ ਹੈ। ਉਹਨਾਂ ਦੀ ਸਿਫਤ ਸ਼ਲਾਘਾ ਬੁੱਧੀ ਨਹੀਂ ਕਰ ਸਕਦੀ, ਮਨ ਫੁਰਨਾ ਨਹੀਂ ਕਰ ਸਕਦਾ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪੁਰਵਰਿਓ, ਪਾਰ ਬ੍ਰਹਮ ਪਰਮੇਸ਼ਰ ਸਰੂਪ ਸਨ। ਪਰ ਜਿੰਨੀ ਕੁ ਅਸੀਂ ਵਿਚਾਰ ਕਰ ਸਕਦੇ ਹਾਂ ਉਤਨੀ ਕੁ ਕਰਦੇ ਹਾਂ। ਜਿਤਨੇ ਵੀ ਸੰਸਾਰ ਵਿੱਚ ਪੀਰ ਪਕੰਬਰ ਔਲੀਏ ਅਵਤਾਰ ਹੋਏ, ਉਹ ਆਪੋ ਆਪਣੇ ਉਹਨਾਂ ਦੇ ਜਿਤਨੇ ਸੇਵਕ ਹੁੰਦੇ ਸਨ, ਉਹਨਾਂ ਦੀ ਮਦਦ ਕਰਿਆ ਕਰਦੇ ਸਨ ਜਦੋਂ ਕੋਈ ਉਹਨਾਂ ਦੇ ਸ਼ਰਧਾਲੂ ਯਾਦ ਕਰਦੇ ਸਨ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੂਸਰੇ ਮੱਤਾਂ ਦੇ, ਆਨ ਮੱਤਾਂ ਦੇ ਪੁਰਖਾਂ ਨੂੰ ਵੀ ਬਗੈਰ ਯਾਦ ਕੀਤੇ ਤੇ ਉਹਨਾਂ ਦੇ ਭਲੇ ਵਾਸਤੇ ਉੱਥੇ ਜਾ ਕੇ ਭਲਾ ਕਰਦੇ ਸਨ। ਸਾਰੇ ਸੰਸਾਰ ਵਿੱਚ ਪੀਰ ਪਕੰਬਰ ਅਵਤਾਰ ਜਿਤਨੇ ਆਏ ਹਨ, ਆਪੋ ਆਪਣੇ ਧਰਮ ਦੀ ਹੀ ਪ੍ਰਚਾਰ ਤੇ ਧਰਮ ਦੇ ਹੀ ਲੋਕਾਂ ਨੂੰ ਸ੍ਰੇਸ਼ਟ ਰਸਤੇ ਚਲਾਉਂਦੇ ਸਨ। ਦੂਸਰੇ ਧਰਮਾਂ ਵਾਸਤੇ ਉਪਦੇਸ਼ ਨਹੀਂ ਸੀ ਕਿਸੇ ਪੀਰ ਫਕੀਰ ਜਾਂ ਅਵਤਾਰ ਨੇ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੀ ਹਨ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਉਪਦੇਸ਼ ਦਿੱਤਾ ਹੈ। ਧਰਮ ਆਪਣਾ ਤੇ ਦੂਸਰੇ ਧਰਮ ਦਾ ਵੀ ਵਿਚਾਰ ਨਹੀਂ ਕੀਤਾ। ਜਿੱਥੇ ਕਿਤੇ ਕੋਈ ਸੰਸਾਰ ਵਿੱਚ ਕਿਸੇ ਨੂੰ ਵੀ ਔਕੜ ਆਈ, ਉੱਥੇ ਹਜ਼ੂਰ ਪਾਤਸ਼ਾਹ ਜੀ ਨੇ ਮਦਦ ਕੀਤੀ ਹੈ। ਇੱਕ ਵਾਰ ਏਮਨਾਬਾਦ ਵਿੱਚ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਬਿਰਾਜ ਰਹੇ, ਜਿਹੜੇ ਇਹ ਨਹੀਂ ਦੇਖ ਰਹੇ ਕਿ ਸਾਡਾ ਸੇਵਕ ਯਾਦ ਕਰੇ ਤਦ ਹੀ ਜਾਣਾ। ਸਾਰਾ ਹੀ ਸੰਸਾਰ ਉਹਨਾਂ ਦਾ ਆਪਣਾ ਸੀ। ਸਾਰੇ ਹੀ ਸੰਸਾਰ ਦੇ ਦੁੱਖ ਸੁੱਖ ਦੇ ਸਾਂਝੀ ਸਨ ਤੇ ਦੁੱਖ ਦੀ ਨਿਵਰਤੀ ਕਰਦੇ ਸਨ। ਇਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਦੇ ਗੁਰੂ ਸਨ। ਉਹਨਾਂ ਨੇ ਸਾਰਿਆਂ ਨੂੰ ਆਪਣਾ ਹੀ ਜਾਣਿਆ। ਪੰਡਤਾਂ ਨੂੰ, ਮੁਸਲਮਾਨਾਂ ਨੂੰ, ਈਸਾਈਆਂ ਨੂੰ, ਸਾਰਿਆਂ ਨੂੰ ਹੀ ਸਿੱਖਿਆ ਦਿੱਤੀ। ਉਹਨਾਂ ਵਿੱਚ ਬਗਾਨਾ ਕੋਈ ਨਹੀਂ। ਸਭੇ ਸਾਂਝੀ ਵਾਲ ਸਦਾਇਨ, ਕੋਏ ਨਾ ਦਿਸੈ ਬਹਰਾ ਜੀ। ਰੋਜ਼ ਦਾ ਭਗਤੀ, ਦਾਨ ਤੇ ਸੂਰਬੀਰਤਾ ਦਾ ਪ੍ਰਕਰਨ ਚੱਲ ਰਿਹਾ।
ਅਸੀਂ ਅੱਜ ਥੋੜਾ ਜਿਹਾ ਭਗਤੀ ਤੇ ਕੁਝ ਮਿੰਟ, ਥੋੜੇ ਜਿਹੇ ਮਿੰਟ ਵਿਚਾਰ ਕਰਨਾ ਹੈ। ਭਗਤੀ ਨਿਰਾਪੁਰਾ ਨਾਮ ਜਪਣ ਦਾ ਨਹੀਂ ਮਕਸਦ ਹੈ। ਨਾਮ ਜਪਣਾ ਹੀ ਇਕੱਲੀ ਭਗਤੀ ਨਹੀਂ ਹੈ। ਭਗਤੀ ਕਿਵੇਂ ਕੀਤੀ ਜਾਂਦੀ ਹੈ, ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ, ਅਸੀਂ ਇਸ 'ਤੇ ਥੋੜੇ ਮਿੰਟ ਵਿਚਾਰ ਕਰਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਏਮਨਾਬਾਦ ਵਿੱਚ ਜੋਤ ਜਗਾ ਰਹੇ ਹਨ, ਬੇਅੰਤ ਸੰਸਾਰ ਦਾ ਭਲਾ ਕਰਦੇ। ਬਾਬਾ ਦੇਖੈ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ। ਦੇਖਿਆ ਹਜ਼ੂਰ ਪਾਤਸ਼ਾਹ ਜੀ ਨੇ, ਉੱਥੇ ਆਪਣਿਆਂ ਬਗਾਨਿਆਂ ਦਾ ਕੋਈ ਅਸਰ ਨਹੀਂ ਸੀ। ਸਾਰੀ ਸ੍ਰਿਸ਼ਟੀ ਹੀ ਉਹਨਾਂ ਦੀ ਆਪਣੀ ਸੀ। ਕਿਤੇ ਨੂੰ ਕਿਸੇ ਨੂੰ ਕਿਤੇ ਵੀ ਮੁਸੀਬਤ ਹੈ, ਉੱਥੇ ਹੀ ਮਦਦ ਕਰਦੇ ਸੀ। ਦੇਖਿਆ ਹਜ਼ੂਰ ਪਾਤਸ਼ਾਹ ਨੇ ਕਿ ਸੰਸਾਰ ਜਲ ਰਿਹਾ। ਇੱਕ ਖਾਸ ਜਗ੍ਹਾ ਹਜ਼ੂਰ ਪਾਤਸ਼ਾਹ ਨੇ ਦੇਖੀ, ਜਿੱਥੇ ਕੋਈ ਰੱਬ ਦਾ ਪਿਆਰਾ ਰੱਬ ਦੀ ਸ੍ਰਿਸ਼ਟੀ ਨੂੰ ਤਬਾਹ ਕਰ ਰਿਹਾ ਹੈ। ਮਨ ਦੇ ਵਿੱਚ ਤਰਸ ਆਇਆ ਉਸ ਸ੍ਰਿਸ਼ਟੀ ਲਈ। ਹਜ਼ੂਰ ਪਾਤਸ਼ਾਹ ਬੜੀ ਤੇਜ਼ੀ ਨਾਲ ਇੱਥੋਂ ਚੱਲੇ, ਉੱਥੇ ਪਹੁੰਚ ਜਾਂਦੇ। ਅੱਗੇ ਜਾ ਕੇ ਦੇਖਿਆ ਇੱਕ ਫਕੀਰ ਹੈ, ਉਹ ਰੱਬ ਦੀ ਸ੍ਰਿਸ਼ਟੀ, ਰੱਬ ਦੀ ਖਲਕਤ ਨੂੰ ਗਰਕ ਕਰਨ ਵਾਸਤੇ ਰੱਬ ਦਾ ਨਾਮ ਜਪਣ ਲੱਗਿਆ ਹੋਇਆ। ਹਜ਼ੂਰ ਪਾਤਸ਼ਾਹ ਨੇ ਉਸ ਦੇ ਭਲੇ ਵਾਸਤੇ, ਫਕੀਰ ਨੂੰ ਵੀ ਸਿੱਧੇ ਰਸਤੇ ਪਾਉਣ ਵਾਸਤੇ, ਖੁਦਾ ਦੀ ਖਲਕਤ ਨੂੰ ਉਸ ਦੇ ਕਹਿਰ ਤੋਂ ਬਚਾਉਣ ਵਾਸਤੇ ਉਸ ਮੱਠ ਦੇ ਅੱਗੇ ਚਲੇ ਜਾਂਦੇ ਹਨ, ਜਿੱਥੇ ਉਹ ਫਕੀਰ ਬੈਠਾ ਹੋਇਆ ਸੀ। ਮਰਦਾਨੇ ਨੂੰ ਕਿਹਾ, ਮਰਦਾਨਾ ਰਬਾਬ ਉਠਾਓ। ਹਜ਼ੂਰ ਪਾਤਸ਼ਾਹ ਨੇ ਇਉਂ ਧਾਰਨਾ ਪੜੀ, ਕਾਇਆ ਨੂੰ ਗਾਲ ਦੇ ਕਾਮ ਤੇ ਦੋ ਵਾਰ ਪੜਦਾ ਕਰੋ। ਕਾਇਆ ਨੂੰ ਗਾਲ ਦੇ ਨਾਮ ਤੇ ਹਜ਼ੂਰ ਪਾਤਸ਼ਾਹ ਨੇ ਉਸ ਫਕੀਰ ਨੂੰ ਬੁਲਾਇਆ ਕਿ ਹੈ ਫਕੀਰ ਸਾਈਂ, ਤੂੰ ਖੁਦਾ ਦੀ ਖਲਕਤ ਵਾਸਤੇ, ਖੁਦਾ ਦੀ ਖਲਕਤ ਨੂੰ ਤਬਾਹ ਕਰਨ ਵਾਸਤੇ ਪਰਮੇਸ਼ਰ ਦਾ ਨਾਮ ਲੈਂਦਾ ਹੈ। ਇਹ ਤੇਰੇ ਲਈ ਯੋਗ ਨਹੀਂ ਹੈ। ਰੱਬ ਦਾ ਫਕੀਰ ਹੋਵੇ ਤੇ ਹੰਕਾਰ ਗੁੱਸੇ ਵਿੱਚ ਇਤਨਾ ਸੜਦਾ ਹੋਵੇ, ਰੱਬ ਦੀ ਖਲਕਤ ਨੂੰ ਹੀ ਤਬਾਹ ਕਰਨਾ ਚਾਹੇ, ਇਹ ਰੱਬ ਦੇ ਫਕੀਰਾਂ ਦਾ ਕੰਮ ਨਹੀਂ ਹੈ। ਤੂੰ ਇਹ ਬਹੁਤ ਕੁਝ ਬੁਰਾ ਕਰ ਰਿਹਾ ਹੈ। ਉਹਨਾਂ ਦੇ ਜਿਹੜੇ ਸੇਵਾਦਾਰ ਸਨ, ਉਹਨਾਂ ਨੇ ਕਿਹਾ ਕਿ ਫਕੀਰ ਸਾਈਂ ਦਾ ਚਲੀਸਾ ਹੈ, 40 ਦਿਨ ਪੂਰੇ ਹੋਣ ਵਾਲੇ ਹਨ, ਇੱਕ ਅੱਧਾ ਦਿਨ ਹੀ ਰਹਿੰਦਾ ਹੈ, ਫੇਰ ਬੋਲਣਗੇ। ਪਰ ਸਤਿਗੁਰੂ ਮਹਾਰਾਜ ਜੀ ਜਾਣਦੇ ਸਨ ਕਿ ਇਸਨੇ ਇਸ ਦੌਰਾਨ ਵਿੱਚ ਤਾਂ ਇਸ ਸਾਰੇ ਸ਼ਹਿਰ ਨੂੰ ਹੀ ਤਬਾਹ ਕਰ ਦੇਣਾ ਹੈ। ਉਸਦੇ ਭਜਨ ਸਿਮਰਨ ਦਾ ਐਸਾ ਅਸਰ ਹੋ ਰਿਹਾ ਸੀ, ਉਹ ਸਾਰਾ ਹੀ ਸ਼ਹਿਰ ਸਿਆਲਕੋਟ ਕੰਬ ਰਿਹਾ ਸੀ। ਬੜੇ ਬੜੇ ਭਿਆਨਕ ਥੋੜੇ ਥੋੜੇ ਮਿੰਟਾਂ ਬਾਅਦ ਭੁਚਾਲ ਆਉਂਦੇ ਸੀ, ਔਰ ਇਤਨੇ ਤੇਜ਼ ਭੁਚਾਲ ਆਉਂਦੇ ਸੀ, ਬੜਾ ਖੜਕਾ ਹੁੰਦਾ ਸੀ ਤੇ ਸਾਰੇ ਮਕਾਨ ਆਦਿਕ ਢਹਿ ਰਹੇ ਸਨ। ਬਹੁਤ ਖਲਕਤ ਮਕਾਨਾਂ ਦੇ ਥੱਲੇ ਆ ਕੇ ਮਰ ਰਹੀ ਸੀ। ਐਂ ਜਾਪ ਰਿਹਾ ਸੀ ਮਾਨੋ ਧਰਤੀ ਹੁਣੇ ਹੀ ਨਿੱਗਰ ਜਾਏਗੀ।
ਪਰ ਉਹਨਾਂ ਨੂੰ ਬਚਾਉਣ ਵਾਸਤੇ ਹਜ਼ੂਰ ਪਾਤਸ਼ਾਹ ਉੱਥੇ ਪਹੁੰਚ ਗਏ। ਹਜ਼ੂਰ ਨੇ ਫਿਰ ਇਉਂ ਉਚਾਰਨ ਕੀਤਾ, ਕਰੇ ਕਹਿਰ ਤੇ ਫਕੀਰਾ ਲੰਮੇ ਨਾਮ ਦੋਜਕਾਂ 'ਚ ਸੜ ਮਰੇ। ਕਰੇ ਕਹਿਰ ਤੇ ਫਕੀਰਾ ਲੰਮੇ ਨਾਮ ਕਰੇ ਕਹਿਰ ਤੇ ਫਕੀਰਾ ਲੰਮੇ ਨਾਮ ਸਮਝਾਉਣ ਤੇ ਮੰਨਣ ਵਾਲਾ ਨਹੀਂ ਸੀ ਫਕੀਰ। ਬੜਾ ਗੁੱਸਾ ਚੜਿਆ ਹੋਇਆ ਸੀ। ਭਾਵੇਂ ਰੱਬ ਦਾ ਫਕੀਰ ਸੀ, ਸਾਰਾ ਜੀਵਨ ਭਰ ਬੇਅੰਤ ਤਪੱਸਿਆ ਬੰਦਗੀ ਕੀਤੀ ਹੋਈ ਸੀ, ਪਰ ਫਿਰ ਵੀ ਗੁੱਸੇ ਦੇ ਅਧੀਨ ਹੋ ਕਰਕੇ ਪ੍ਰਵਾਹ ਨਹੀਂ ਕਰ ਰਿਹਾ ਸੀ ਹਜ਼ੂਰ ਪਾਤਸ਼ਾਹ ਦੇ ਸਮਝਾਉਣ ਦੀ। ਹਜ਼ੂਰ ਨੇ ਉਸ ਵੱਲ ਤੱਕਿਆ ਜਿਸ ਗੁਫਾ ਦੇ ਵਿੱਚ ਬੈਠਾ ਸੀ। ਉਹ ਗੁਫਾ ਨੂੰ ਤਰੇੜ ਆਈ, ਇੱਕ ਧਮਾਕਾ ਹੋਇਆ, ਬਹੁਤ ਜ਼ਬਰਦਸਤ ਗੁਫਾ ਪਾਟ ਗਈ। ਜਾਣਿਆ ਕਿ ਮੈਂ ਹੀ ਮਰਨ ਲੱਗਿਆ ਹਾਂ, ਬਾਹਰ ਆ ਗਿਆ ਇਹ ਪੀਰ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਢਹਿ ਪਿਆ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਮੈਂ ਭੁੱਲ ਗਿਆ ਹਾਂ। ਹਜ਼ੂਰ ਪਾਤਸ਼ਾਹ ਕਹਿਣ ਲੱਗੇ, ਫਕੀਰ ਸਾਈਂ, ਰੱਬ ਦੀ ਬੰਦਗੀ ਕਰੀ ਦੀ ਹੈ ਦੋਜਕਾਂ 'ਚ ਜਾਣ ਲਈ, ਜਾਂ ਰੱਬ ਦੀ ਬੰਦਗੀ ਬਹਿਸ਼ਤਾਂ 'ਚ ਜਾਣ ਲਈ ਕਰੀ ਦੀ ਹੈ। ਕਹਿਣ ਲੱਗਿਆ, ਮਹਾਰਾਜ ਰੱਬ ਦੀ ਬੰਦਗੀ ਵੀ ਕਦੇ ਕੋਈ ਨਰਕਾਂ 'ਚ ਜਾਣ ਲਈ ਕਰਦਾ? ਕਹਿੰਦੇ, ਤੂੰ ਤਾਂ ਰੱਬ ਦੀ ਬੰਦਗੀ ਨਰਕਾਂ 'ਚ ਜਾਣ ਲਈ ਹੀ ਕਰਦਾ। ਇਤਨਾ ਵੱਡਾ ਸ਼ਹਿਰ ਹੈ ਸਿਆਲਕੋਟ, ਘੁੱਗ ਵਸਦਾ, ਤੂੰ ਸਾਰੇ ਸ਼ਹਿਰ ਨੂੰ ਤਬਾਹ ਕਰਦਾ ਹੈ। ਇਹਨਾਂ ਦਾ ਬਦਲਾ ਤੈਂ ਹੀ ਦੇਣਾ ਹੈ। ਨਰਕਾਂ 'ਚ ਨਹੀਂ ਜਾਏਗਾ ਤਾਂ ਹੋਰ ਕਿੱਥੇ ਜਾਏਗਾ? ਦੱਸਿਆ, ਮਹਾਰਾਜ ਇੱਕ ਸੇਠ ਨੂੰ ਮੈਂ 3 ਪੁੱਤਰ ਦਿੱਤੇ ਸੀ, ਮੈਨੂੰ ਪੁੱਤਰ ਨਹੀਂ ਦਿੱਤਾ। ਇੱਕ ਵਾਅਦਾ ਕੀਤਾ ਸੀ ਉਸਨੇ ਵੀ ਮੈਂ ਦੇਵਾਂਗਾ, ਤੇ ਮੈਂ ਚਾਹੁੰਦਾ ਸੀ ਮੇਰੀ ਸੇਵਾ 'ਚ ਮੈਂ ਬਿਰਧ ਹੋ ਗਿਆ, ਇੱਕ ਪੁੱਤਰ ਇਹ ਦੇ ਦੇਵੇਗਾ। ਕਹਿਣ ਲੱਗੇ, ਜੇ ਪੁੱਤਰਾਂ ਦਾ ਹੀ ਮੋਹ ਸੀ ਤਾਂ ਸਾਧੂ ਕਿਉਂ ਬਣਿਆ ਸੀ, ਗ੍ਰਸਤੀ ਕਿਉਂ ਨਹੀਂ ਸੀ ਬਣ ਜਾਂਦਾ? ਹਜ਼ੂਰ ਪਾਤਸ਼ਾਹ ਨੇ ਫਰਮਾਨ ਕੀਤਾ, ਹੈ ਫਕੀਰ ਸਾਈਂ, ਫਕੀਰ 'ਚ 4 ਗੁਣ ਹੁੰਦੇ ਹਨ, ਤਦ ਫਕੀਰੀ ਮਨਜ਼ੂਰ ਹੁੰਦੀ ਹੈ। ਫਕੀਰੀ ਦੇ ਲਫ਼ਜ਼ੀ ਮਾਇਨੇ ਜਿਹੜੇ ਹਨ ਉਹ 4 ਹਨ। ਇੱਕ ਅੱਖਰ ਦਾ ਇੱਕ ਮਾਨਾ ਹੈ। ਫੇ ਮੈਨੇ ਸੰਸਾਰ ਨੂੰ ਫਨਾ ਫੇਲਾ ਜਾਣਨਾ, ਨਾਸਵੰਤ ਜਾਣ ਕੇ ਕਿਸੇ ਵਸਤੂ ਦੀ ਪਕੜ ਨਾ ਕਰਨੀ। ਜੇ ਤੂੰ ਇਸ ਇੱਕ ਅੱਖਰ ਤੇ ਵੀ
ਚੱਲਦਾ ਹੁੰਦਾ ਤਾਂ ਇਉਂ ਨਾ ਕਰਦਾ। ਸੰਸਾਰ ਨਾਸਵੰਤ ਹੈ, ਜਿਹੜੇ ਪੁੱਤਰ ਦੀ ਤੂੰ ਮੰਗ ਕਰਦਾ ਸੀ ਉਹ ਕਿਹੜਾ ਅਮਰ ਰਹਿਣ ਵਾਲੀ ਵਸਤੂ ਹੈ, ਤੇਰੇ ਮਨ ਤੇ ਅਸਰ ਹੀ ਨਹੀਂ ਸੀ ਹੁੰਦਾ। ਪਹਿਲਾ ਲਫ਼ਜ਼ ਜਿਹੜਾ ਹੈ ਇਸ ਦਾ ਫੇ, ਸੰਸਾਰ ਨੂੰ ਫਨਾ ਜਾਣਨਾ, ਕਿਸੇ ਵਸਤੂ ਨਾਲ ਮੋਹ ਨਾ ਪਾਉਣਾ। ਦੂਸਰਾ ਹੈ ਕਾਫ। ਕਾਫ ਹੈ ਦਾ ਮਤਲਬ ਹੈ ਕਨਾਇਤ, ਸੰਤੋਖ ਧਾਰਨ ਕਰਨਾ। ਜਿੱਥੇ ਵਾਹਿਗੁਰੂ ਰੱਖੇ ਉਹਦੀ ਰਜ਼ਾ 'ਚ ਰਹਿਣਾ, ਰੰਚਕ ਮਾਤਰ ਕੋਈ ਫੁਰਨਾ ਹੀ ਨਾ ਕਰਨਾ। ਪਰਾਰਬਧ ਕਰਕੇ ਕੋਈ ਵਸਤੂ ਮਿਲ ਜਾਂਦੀ ਹੈ, ਜੋਗ ਜੋਗ ਦੇਖ ਕੇ ਆਈ ਨੂੰ ਮਨਾ ਨਾ ਕਰੇ, ਪਾਸ ਹੁੰਦੀ ਜਮਾ ਨਾ ਕਰੇ, ਜੇ ਨਹੀਂ ਹੈ ਤਾਂ ਤਮਾ ਨਾ ਕਰੇ, ਫੁਰਨਾ ਹੀ ਨਾ ਕਰੇ। ਖੁਦਾ ਤੇ ਛੱਡ ਦੇਣਾ, ਵਾਹਿਗੁਰੂ ਆਪੇ ਹੀ ਪਾਲਣਾ ਕਰੇਗਾ। ਇਉਂ ਫਕੀਰ ਨੇ ਸੰਤੋਖ ਧਾਰਨ ਕਰਨਾ ਹੈ। ਕਾਫ ਦਾ ਮਤਲਬ ਹੈ ਕਨਾਇਤ, ਸੰਤੋਖ। ਬਾਕੀ ਤੀਸਰਾ ਅੱਖਰ ਇੱਕ ਹੋਰ ਹੈ ਜੇ। ਜੇ ਹਮੇਸ਼ਾ ਹੀ ਸਵਾਸ ਸਵਾਸ ਪਰਮੇਸ਼ਰ ਦੀ ਯਾਦ ਵਿੱਚ ਬਤੀਤ ਕਰਨਾ। ਇਹ ਫਕੀਰੀ ਦੇ ਲੱਛਣ ਹਨ। ਜਿਹੜਾ ਫਕੀਰ ਬਣਦਾ ਹੈ ਉਸ ਨੂੰ ਇਹ ਧਾਰਨ ਕਰਨੇ ਬਹੁਤ ਜ਼ਰੂਰੀ ਹੈ, ਤਦ ਹੀ ਉਹ ਫਕੀਰ ਹੈ। ਤੂੰ ਸਾਰੀ ਉਮਰ ਫਕੀਰੀ ਬਾਣਾ ਪਹਿਨ ਕੇ ਤਪੱਸਿਆ ਕੀਤੀ ਹੈ, ਚਲੀਸੇ ਕੱਢੇ ਹਨ, ਬੰਦਗੀ ਕੀਤੀ ਹੈ, ਇਹਨਾਂ ਕਿਸੇ ਵੀ ਅੱਖਰਾਂ ਤੇ ਚੱਲਣ ਦੀ ਕੋਸ਼ਿਸ਼ ਨਹੀਂ ਕੀਤੀ, ਮਤਲਬ ਨਹੀਂ ਸਮਝਿਆ ਫਕੀਰੀ ਕਿਸ ਨੂੰ ਕਹਿੰਦੇ ਹਨ। ਚੌਥਾ ਅੱਖਰ ਹੈ ਰੇ। ਰੇ ਹਰ ਇੱਕ ਦੇ ਵਿੱਚ ਰਮੇ ਹੋਏ ਰਾਮ ਨੂੰ ਦੇਖਣਾ, ਰਮੇ ਹੋਏ ਖੁਦਾ ਨੂੰ, ਅੱਲਾਹ ਤਾਲਾ ਨੂੰ ਦੇਖਣਾ, ਕਿਸੇ ਨੂੰ ਵੀ ਬੁਰਾ ਨਾ ਜਾਣਨਾ। ਜਿਸ ਵੱਲ ਦੇਖਣਾ ਕੀੜੀ ਤੋਂ ਹਾਥੀ ਤੱਕ ਰੱਬ ਹੀ ਰੱਬ ਦੇਖਣਾ, ਕਿਸੇ ਨੂੰ ਏਦੂ ਘੱਟ ਦੇਖਣਾ ਹੀ ਨਹੀਂ। ਸਵੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਰੇਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬੋਰਨ, ਨਾ ਨਾ ਰੇ ਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ। ਕੀੜੀ ਤੋਂ ਹਾਥੀ ਤੱਕ ਲੈ ਕੇ ਰੱਬ ਦੇ ਫਕੀਰ ਨੇ ਸਾਰੀ ਸ੍ਰਿਸ਼ਟੀ ਨੂੰ ਰੱਬ ਹੀ ਦੇਖਣਾ, ਕਿਸੇ 'ਚ ਗੁਨਾਹ ਨਹੀਂ ਦੇਖਣੇ, ਕਿਸੇ ਦੇ ਵੀ ਦੇਖ ਕੇ ਵੀ ਅਣਡਿੱਠ ਕਰ ਦੇਣਾ। ਤੂੰ ਤਾਂ ਮਾੜੀ ਜੀ ਗੱਲ ਪਿੱਛੇ ਹੀ ਗਰਮ ਹੋ ਗਿਆ। ਹਜ਼ੂਰ ਪਾਤਸ਼ਾਹ ਨੇ ਮਰਦਾਨੇ ਨੂੰ ਭੇਜ ਕੇ 2 ਪੈਸੇ ਦਾ ਸੱਚ ਤੇ 2 ਪੈਸੇ ਦਾ ਝੂਠ ਉੱਥੇ ਹੀ ਮੂਲੇ ਤੋਂ ਮੰਗਾਇਆ ਸੀ। ਆਪਾਂ ਇੱਕ ਧਾਰਨਾ ਪੜ੍ਹ ਕੇ ਸਮਾਪਤ ਕਰਦੇ ਹਾਂ। ਹਜ਼ੂਰ ਪਾਤਸ਼ਾਹ ਨੇ ਉਸ ਨੂੰ ਐ ਸਿੱਖਿਆ ਦਿੱਤੀ, ਹੈ ਫਕੀਰ ਸਾਈਂ, ਜੇ ਤੂੰ ਰੱਬ ਦੀ ਬੰਦਗੀ ਕਰਨੀ ਹੈ ਤੂੰ ਐਂ ਕਰ, ਸਿੱਖਾਓ, ਨੀਅਤ ਸਾਫ਼ ਕਰ ਲੈ ਆਪਣੀ। ਚਾਰੇ ਜੀ ਸਿੱਖਾਓ, ਨੀਤ ਸਾਫ਼ ਕਰ ਲੈ ਆਪਣੀ। ਸਿੱਖਾਓ, ਨੀਤ ਸਾਫ਼ ਕਰ ਲੈ ਆਪਣੀ।
ਪਾਤਸ਼ਾਹ ਨੇ ਫਰਮਾਨ ਕੀਤਾ ਹੈ ਸ਼ੇਖ ਹੈ ਸਾਈਂ ਦੇ ਫਕੀਰ, ਜੇ ਤੂੰ ਫਕੀਰ ਬਣ ਕੇ ਦਰਗਾਹ ਦੇ ਵਿੱਚ ਕਬੂਲ ਹੋਣਾ ਹੈ ਤਾਂ ਤੈਨੂੰ ਆਪਣੀ ਨੀਅਤ ਸਾਫ਼ ਕਰਨੀ ਪਏਗੀ। ਨੀਅਤ ਕੀ ਵਸਤੂ ਹੈ, ਕਿਵੇਂ ਸਾਫ਼ ਹੁੰਦੀ ਹੈ, ਉਸ ਦਾ ਤਰੀਕਾ, ਸਾਫ਼ ਕਰਨ ਨਾਲ ਕੀ ਲਾਭ ਹੁੰਦਾ ਹੈ। ਹਜ਼ੂਰ ਪਾਤਸ਼ਾਹ ਨੇ ਫਰਮਾਨ ਕੀਤਾ ਹੈ ਕਿ ਨੀਅਤ ਸਾਫ਼ ਹੈ ਫਕੀਰ ਸਾਈਂ ਜੇ ਤੂੰ ਕਰ ਲੇਗਾ, ਕਬੂਲ ਹੋਣਾ ਤਾਂ ਕਿਤੇ ਰਿਹਾ ਖੁਦਾ ਹੀ ਬਣ ਜਾਏਗਾ। ਨੀਅਤ ਸਾਫ਼ ਕਰਨ ਦੇ ਵਿੱਚ ਬਹੁਤ ਵੱਡਾ ਰਾਜ ਹੈ। ਜਿਹੜਾ ਫਕੀਰ ਤੋਂ ਰੱਬ ਵਿੱਚ ਫਕੀਰ ਅਪੇਦ ਹੋ ਜਾਂਦਾ ਹੈ, ਉਹ ਨੀਅਤ ਕਿੱਦਾਂ ਸਾਫ਼ ਕਰਨੀ। ਅਸੀਂ ਤੁਸੀਂ ਪੂਰੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖਿਆ ਲੈ ਕੇ ਕੱਲ ਨੂੰ ਫਿਰ ਵਿਚਾਰ ਕਰਾਂਗੇ। ਇਹ ਭਗਤੀ ਜੋ ਰੋਜ਼ ਹੀ ਪ੍ਰਕਰਨ ਦਾ ਮੁਤਾਬਕ ਚੱਲ ਰਿਹਾ ਹੈ, ਪ੍ਰਕਰਨ ਭਗਤੀ, ਦਾਤਾ ਤੇ ਸੂਰਬੀਰਤਾਈ, ਇਸ ਦੇ ਤਿੰਨਾਂ ਵਿੱਚੋਂ ਅੱਜ ਅਸੀਂ ਇੱਕ ਤੇ ਵਿਚਾਰ ਕੀਤਾ ਹੈ। ਭਗਤੀ ਕਰਨ ਵਾਲੇ ਨੂੰ ਕਿਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।